ਅਗਰ ਆਪ ਦੀ ਅਸੀਂ ਗੱਲ ਕਰੀਏ ਰੀਸੈਂਟ 26 ਜਨਵਰੀ ਨੂੰ ਐਡਾ ਵੱਡਾ ਕਾਂਡ ਹੋਇਆ, ਇੱਕ ਵਿਮਨ ਨੂੰ ਸਿਕਿਉਰਿਟੀ ਨਹੀਂ ਤੁਸੀਂ ਦੇ ਪਾਏ। ਨਵੰਬਰ ਤੋਂ ਉਸ ਫੈਮਿਲੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਉਹ ਗੱਲ ਕਰਦੀ ਹੈ ਕਿ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਉਦੋਂ ਆਪ ਔਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸੀ? 26 ਜਨਵਰੀ ਨੂੰ ਉਹਨਾਂ ਦੇ ਨਾਲ ਹਾਦਸਾ ਹੋ ਜਾਂਦਾ ਔਰ ਫਿਰ ਉਹਨਾਂ ਨੂੰ ਜਾਗ ਆਉਂਦੀ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ। ਤਾਂ ਮੈਂ ਬੀਇੰਗ ਅ ਗਰਲ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਵੀ ਸਾਡੀ ਤਾਂ ਕੋਈ ਪ੍ਰੋਟੈਕਸ਼ਨ ਹੈ ਨਹੀਂ। ये लोग तो बिल्कुल डिस्कार्ड कर रहे हैं कि पॉलिटिक्स किसी काम की नहीं है, ना सोसाइटी में बदलाव लाती है। आपको लगता है कि पॉलिटिक्स की वजह से समाज में कुछ हो सकता है, या जिन नुमाइंदों को हम चुन के भेजते हैं वो कुछ बदलाव लाते हैं आपके जीवन में? ਦੇਖੋ ਇਸ ਚੀਜ਼ ਨੂੰ ਇਸ ਤਰੀਕੇ ਨਾਲ ਡਿਸਕਾਰਡ ਕਰ ਦੇਣਾ ਕਿ ਵੀ ਪੋਲਿਟਿਕਸ ਸਾਡੀ ਲਾਈਫ ਦੇ ਵਿੱਚ ਇੰਪਰੂਵਮੈਂਟ ਨਹੀਂ ਕਰਦੀ, ਇਹ ਨਹੀਂ ਹੈ। ਦ ਥਿੰਗ ਇਜ਼ ਦਿਸ ਕਿ ਅਸੀਂ ਪੋਲਿਟਿਕਸ ਜਿਹੜੀ ਕਰ ਰਹੇ ਹਾਂ ਔਰ ਜਿਹੜੀ ਪੋਲਿਸੀਜ਼ ਹੈ ਉਹ ਕਿਹਦੇ ਲਈ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਅਸੀਂ ਡੈਮੋਕ੍ਰੇਟਿਕ ਕੰਟਰੀ ਦੀ ਗੱਲ ਕਰ ਰਹੇ, ਡੈਮੋਕ੍ਰੇਸੀ ਦੀ ਗੱਲ ਕਰ ਰਹੇ, ਬਟ ਜਿਹੜੀ ਪੋਲਿਸੀਜ਼ ਬਣ ਰਹੀ ਹੈ ਉਹ ਬਣ ਰਹੀ ਹੈ ਕਾਰਪੋਰੇਟ ਸੈਕਟਰ ਨੂੰ ਸਪੋਰਟ ਕਰਨ ਲਈ। ਸੋ ਅਗਰ ਇਸ ਤਰੀਕੇ ਦਾ ਅਸੀਂ ਇਨਇਕੁਐਲਿਟੀ ਦੇਖਾਂਗੇ ਉਹਦੀ ਬਹੁਤ ਸਿੰਪਲ ਐਗਜ਼ਾਮਪਲ ਰੀਸੈਂਟਲੀ ਆਈ ਹੈ। ਯੂਨੀਅਨ ਬਜਟ ਪਾਸ ਹੋਇਆ ਫੈਬ ਦੇ ਵਿੱਚ ਐਂਡ ਉਹਦੇ ਵਿੱਚ ਇਨਡਾਇਰੈਕਟ ਟੈਕਸਿਸ ਦੇ ਉੱਤੇ ਇਸ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰ ਦਿੱਤਾ ਜਿੱਥੇ ਡਾਇਰੈਕਟ ਟੈਕਸਿਸ ਘਟਾਏ ਗਏ ਨੇ। ਸਾਨੂੰ ਦੇਖਣਾ ਪਏਗਾ ਕਿ ਵੀ ਜਿਹੜੀ ਪੋਲਿਸੀਜ਼ ਆ ਰਹੀ ਹੈ ਉਹ ਪਬਲਿਕ ਸਪੋਰਟ ਦੇ ਵਿੱਚ ਕਿਉਂ ਨਹੀਂ ਆ ਰਹੀ ਹੈ। ਤਾਂ ਉਹ ਏਜੰਡਾ ਸਾਡੇ ਗਵਰਨਮੈਂਟ ਦੇ ਮਾਈਂਡ ਸੈਟ 'ਤੇ ਨਹੀਂ ਹੈ, ਕਿਉਂਕਿ ਸਾਡੇ ਮਾਈਂਡ ਸੈਟ 'ਤੇ ਨਹੀਂ ਹੈ। ਇਸ ਕਰਕੇ ਪਾਵਰਟੀ ਹੈ, ਇਸ ਕਰਕੇ ਅਨਇੰਪਲੋਇਮੈਂਟ ਹੈ, ਇਸ ਕਰਕੇ ਕ੍ਰਾਈਸਿਸ ਹੋ ਰਹੇ ਨੇ। ਸਾਡੀ ਯੂਨੀਵਰਸਿਟੀ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਜਾ ਰਹੀ ਹੈ ਕਿਉਂਕਿ ਪਿਛਲੇ 5 ਸਾਲਾਂ ਤੋਂ ਸਾਡੀ ਸਟੇਟ ਸਰਕਾਰ ਨੇ ਸਾਨੂੰ ਨਹੀਂ ਸੀ ਦੇਖਿਆ। 4.5 ਸਾਲ ਇਹਨੂੰ ਕਿਸੇ ਨੇ ਪੁੱਛਿਆ ਨਹੀਂ। ਲਾਸਟ ਦੇ 6 ਮੰਥਸ ਦੇ ਵਿੱਚ ਸੀਐਮ ਬਦਲ ਦਿੱਤੇ ਜਾਂਦੇ ਨੇ ਔਰ ਉਹ ਆ ਕੇ ਐਲਾਨ ਕਰ ਦਿੰਦੇ ਨੇ, ਪਰ ਉਹ ਲਿਖਤੀ ਕਿਤੇ ਵੀ ਕੁਝ ਨਹੀਂ ਹੁੰਦਾ। ਕਿਉਂਕਿ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੈ, ਵੈਸੇ ਦੁਕਾਨ ਤਾਂ ਸਾਡਾ ਹੀ ਹੈ, ਅਸੀਂ ਉਹਨਾਂ ਨੂੰ ਆਪਣੇ ਚੂਜ਼ ਕਰਕੇ ਆਪਣੇ ਸਿਰ ਦੇ ਉੱਤੇ ਲਗਾਇਆ ਹੋਇਆ। ਅਸੀਂ ਇਹ ਸੋਚ ਕੇ ਉਹਨਾਂ ਨੂੰ ਰੱਖਦੇ ਹਾਂ ਕਿ ਵੀ ਉਹ ਸਾਡੇ ਲਈ ਕੁਝ ਕਰਨਗੇ। ਹੈਵੀ ਟੈਕਸਿਸ ਅਸੀਂ ਪੇ ਕਰਦੇ ਹਾਂ, ਬਟ ਇਨ ਰਿਟਰਨ ਸਾਡੇ ਗਵਰਨਮੈਂਟ ਅਦਾਰੇ ਉਹ ਬੰਦ ਹੋ ਰਹੇ ਨੇ। ਹੈਲਥ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਕਿਸੇ ਵੀ ਕਰੰਟ ਜਿਹੜੀ ਪਾਰਟੀ ਹੈ ਜਾਂ ਹੁਣ ਇਲੈਕਸ਼ਨਸ ਦਾ ਸਮਾਂ ਹੈ ਪੰਜਾਬ ਦੇ ਵਿੱਚ, ਕਿਸੇ ਨੇ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਉਹ ਪੰਜਾਬ ਦੀ ਸਿੱਖਿਆ ਨੂੰ ਕਿਵੇਂ ਬਚਾਉਣਗੇ। ਜਦੋਂ ਕਿ ਇੱਕ ਪਾਸੇ ਨਵੀਂ ਸਿੱਖਿਆ ਨੀਤੀ ਲਾਗੂ ਹੋ ਚੁੱਕੀ ਹੋਈ ਹੈ ਜਿਹੜੀ ਕਿ ਪੁਰਜ਼ੋਰ ਆਵਾਜ਼ ਦੇ ਰਹੀ ਹੈ ਕਿ ਵੀ ਉਹ ਸਾਰੇ ਬੱਚਿਆਂ ਨੂੰ ਬਾਹਰ ਕਰ ਦਿਓ ਜਿਹੜੇ ਸਿੱਖਿਆ ਨੂੰ ਲੈ ਨਹੀਂ ਸਕਦੇ। ਤਾਂ ਕੋਈ ਪਾਰਟੀ ਇਸ ਮੁੱਦੇ ਦੇ ਉੱਤੇ ਨਹੀਂ ਆ ਰਹੀ ਹੈ। ਉਹ ਇਹ नहीं दस रहे कि भी उन्होंने सरकारी स्कूलों को किवें बचाना है, उत्थे भर्तियां किवें करनियां, जिहड़ा इत्थे डिमांड। अच्छा, इस बीच आम आदमी पार्टी आती है और वो कहती है कि जैसे हमने दिल्ली में स्कूल और सुरक्षा सेहत पर बहुत काम किया है और हम पंजाब में भी वही करके दिखाएंगे। आपको उनसे कोई उम्मीद लगती है, क्योंकि वो तो अपना हेल्थ और एजुकेशन ही मुद्दा लेकर आ रहे हैं सामने? देखो ਉਹਨਾਂ ਤੋਂ ਕੋਈ ਉਮੀਦ ਨਹੀਂ ਹੈ ਵੈਰੀ ਫਰੈਂਕਲੀ ਸਪੀਕਿੰਗ। ਰਾਈਟ ਨਾਓ ਜਿੰਨੀਆਂ ਵੀ ਪਾਰਟੀਆਂ ਨੇ ਕਰੰਟ, ਚਾਹੇ ਉਹ ਆ ਰਹੀ ਹੈ ਜਾਂ ਜਿਹੜੀ ਮੌਜੂਦਾ ਨੇ, ਪੰਜਾਬ ਨੂੰ ਅਗਰ ਤੁਸੀਂ ਬਚਾਉਣਾ ਹੈ, ਚਾਹੇ ਉਹਦੀ ਸਿੱਖਿਆ ਹੈ, ਚਾਹੇ ਉਹਦੀ ਸਿਹਤ ਪ੍ਰਣਾਲੀ ਹੈ, ਸਾਨੂੰ ਪਹਿਲੇ ਇੱਕ ਤਾਂ ਇਹ ਸਮਝਣਾ ਪਏਗਾ ਕਿ ਵੀ ਪੰਜਾਬ ਜਿਹੜਾ ਸਾਡਾ ਸਟੇਟ ਹੈ ਉਹ ਕਿਸ ਤਰੀਕੇ ਦਾ, ਉਹਦਾ ਕਲਚਰਲ ਕੀ ਹੈ। ਦਿੱਲੀ ਦੇ ਨਾਲ ਅਸੀਂ ਪੰਜਾਬ ਦਾ ਕਲਚਰ ਕੰਪੇਅਰ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਇਹ ਐਗਰੀਕਲਚਰ ਬੇਸਡ ਸੁਸਾਇਟੀ ਹੈ, ਇਹ ਤੇ ਐਗਰੀਕਲਚਰ ਬੇਸਡ ਇੰਡਸਟਰੀ ਆਉਣੀ ਚਾਹੀਦੀ ਹੈ। ਜਿਹੜਾ ਸਰਵਿਸ ਸੈਕਟਰ ਹੈ ਦੈਟ ਸ਼ੁੱਡ ਬੀ ਇਨ ਦਾ ਹੈਂਡਸ ਆਫ ਦਾ ਸਟੇਟ, not in the hand of the private or corporate sector। ਸੋ ਚਾਹੇ ਤੁਹਾਡੀ ਸੈਂਟਰ ਹੋਵੇ ਚਾਹੇ ਤੁਹਾਡੀ ਸਟੇਟ ਹੋਵੇ, ਉਹਦੇ ਵਿੱਚ ਉਹ ਚੀਜ਼ ਨਹੀਂ ਆ ਰਹੀ। ਅਗਰ ਆਪ ਦੀ ਅਸੀਂ ਗੱਲ ਕਰੀਏ ਰੀਸੈਂਟ 26 ਜਨਵਰੀ ਨੂੰ ਐਡਾ ਵੱਡਾ ਕਾਂਡ ਹੋਇਆ, ਇੱਕ ਵਿਮਨ ਨੂੰ ਸਿਕਿਉਰਿਟੀ ਨਹੀਂ ਤੁਸੀਂ ਦੇ ਪਾਏ। ਨਵੰਬਰ ਤੋਂ ਉਸ ਫੈਮਿਲੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਉਹ ਗੱਲ ਕਰਦੀ ਹੈ ਕਿ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਉਦੋਂ ਆਪ ਔਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸੀ? 26 ਜਨਵਰੀ ਨੂੰ ਉਹਨਾਂ ਦੇ ਨਾਲ ਹਾਦਸਾ ਹੋ ਜਾਂਦਾ ਔਰ ਫਿਰ ਉਹਨਾਂ ਨੂੰ ਜਾਗ ਆਉਂਦੀ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ। ਤਾਂ ਮੈਂ ਬੀਇੰਗ ਅ ਗਰਲ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਵੀ ਸਾਡੀ ਤਾਂ ਕੋਈ ਪ੍ਰੋਟੈਕਸ਼ਨ ਹੈ ਨਹੀਂ। ਅਗਰ ਦਿੱਲੀ ਵਰਗੀ ਕੈਪੀਟਲ ਦੇ ਵਿੱਚ ਜਿੱਥੇ ਆਲਰੇਡੀ ਆਪ ਇਜ਼ ਵਰਕਿੰਗ, ਉੱਥੇ ਇੱਕ ਵਿਮਨ ਸਿਕਿਉਰ ਨਹੀਂ ਹੈਗੀ, ਜਿਹੜੀ 2 ਸਾਲ ਦੇ ਬੱਚੇ ਦੀ ਮਾਂ ਆ, ਔਰ ਪੁਲਿਸ ਉੱਥੇ ਜਾਂਦੀ ਹੈ ਔਰ ਉਹ ਬਸ ਉਹਨਾਂ ਨੂੰ ਹਲਕਾ ਫੁਲਕਾ ਜਿਹਾ ਕਹਿ ਕੇ ਆ ਜਾਂਦੀ ਹੈ, ਉਹਨਾਂ ਨੂੰ ਕੋਈ ਉਸ ਤਰੀਕੇ ਦੀ ਪ੍ਰੋਟੈਕਸ਼ਨ ਨਹੀਂ ਦਿੰਦੇ। ਉਸ ਤੋਂ ਬਾਅਦ ਜਦੋਂ ਕਾਂਡ ਹੋ ਜਾਂਦਾ ਫਿਰ ਤੁਸੀਂ ਉਹਨਾਂ ਨੂੰ ਇੱਕ ਸੈਪਰੇਟ ਹਾਊਸ ਦੇ ਦਿੰਦੇ ਹੋ ਜਿੱਥੇ ਉਹਨਾਂ ਨੂੰ ਇੱਕ ਮੁਆਵਜ਼ਾ ਮਿਲ ਰਿਹਾ ਹੈ। ਤਾਂ ਮੈਂ ਤਾਂ ਗਰਲ ਹੋ ਕੇ ਇਹ ਕਹਿ ਰਹੀ ਹਾਂ ਕਿ ਵੀ ਮੇਰੀ ਤਾਂ ਸੇਫਟੀ ਸਿਕਿਉਰਿਟੀ, ਮੈਂ ਤਾਂ ਲਾਈਵ ਐਗਜ਼ਾਮਪਲ ਦੇਖ ਲਈ ਕਿ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਨਹੀਂ ਕੀਤਾ। ਤੇ ਪੰਜਾਬ ਜਿੱਥੇ ਬਹੁਤ ਹੀ ਲੜਕੀਆਂ ਹਜੇ ਵੀ ਐਜੂਕੇਸ਼ਨ ਸੈਕਟਰ ਤੋਂ ਬਾਹਰ ਹੈ, ਕਿਸੇ ਨੇ ਫ੍ਰੀ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ। ਤੁਸੀਂ ਸਾਡੇ ਪੌਕਟਾਂ ਦੇ ਵਿੱਚ 1000 ਰੁਪਏ ਪਾ ਦੋਗੇ ਜਾਂ ਸਾਡੀ ਬੱਸ ਫੇਅਰ ਫ੍ਰੀ ਕਰ ਦੋਗੇ ਕਿ ਉਹਦੇ ਨਾਲ ਅਸੀਂ ਇੰਪਾਵਰ ਹੋ ਜਾਵਾਂਗੇ। ਨਨ ਆਫ ਦਾ ਪਾਰਟੀ ਇਜ਼ ਟਾਕਿੰਗ ਅਬਾਊਟ ਕਿ ਵੀ ਉਹਨਾਂ ਨੇ ਸਾਡੀ ਐਜੂਕੇਸ਼ਨ ਨੂੰ ਕਿਵੇਂ ਫ੍ਰੀ ਕਰਨਾ ਹੈ। ਕੀ ਉਹ ਕੋਈ ਸਿੱਖਿਆ ਮਾਡਲ ਲੈ ਕੇ ਆਈ?
ਆਪ ਨੇ ਅਗਰ ਦਿੱਲੀ ਦੇ ਵਿੱਚ ਸਕੂਲ ਐਜੂਕੇਸ਼ਨ ਨੂੰ ਇੰਪਰੂਵ ਕੀਤਾ ਹੈ ਜਾਂ ਹੈਲਥ ਸੈਕਟਰ ਨੂੰ ਇੰਪਰੂਵ ਕੀਤਾ ਔਰ ਉਹਨੂੰ ਕਲੀਨ ਐਂਡ ਗ੍ਰੀਨ ਇਨਵਾਇਰਨਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਦੇ ਫਾਰਮਰਸ ਦੀ ਗੱਲ ਨਹੀਂ ਹੋ ਰਹੀ। ਜੇ ਫਾਰਮਰਸ ਦੀ ਕੋਈ ਸਿਕਿਉਰਿਟੀ ਨਹੀਂ ਹੋ ਰਹੀ ਤੇ ਉਹਨਾਂ ਦੇ ਧੀਆਂ ਪੁੱਤਾਂ ਦੀ ਗੱਲਾਂ ਕਿੱਥੇ ਹੋਣਗੀਆਂ? ਇੱਕ ਸਿੰਪਲ ਜੀ ਗੱਲ ਹੈ, ਆਣਾ ਤਾਂ ਉਹਨਾਂ ਨਹੀਂ ਹੈ ਨਾ ਅੱਗੇ। ਸੋ ਪ੍ਰੈਕਟੀਕਲ ਮਾਡਲ ਦੇ ਵਿੱਚ ਇਹ ਕੋਈ ਵੀ ਗੱਲ ਨਹੀਂ ਕਰ ਰਹੇ ਹੈ। ਸੋ ਇਟਸ ਓਨਲੀ ਇਟਸ ਲਾਈਕ ਅ ਲੇਮ ਐਂਡ ਬਲੇਮ ਗੇਮਸ ਹੋ ਰਹੀਆਂ ਨੇ, ਨਥਿੰਗ ਐਲਸ।